ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਨੀ ਕੁ ਵਿਚਾਰ ਕੀਤੀ ਜਾਂਦੀ ਹੈ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਜਿਸ ਦੀ ਵਿਚਾਰ ਆਪਾਂ ਗੁਰਕਿਰਪਾ ਦੁਆਰਾ ਕਰਾਂਗੇ। ਪਾਤਸ਼ਾਹ ਕਹਿੰਦੇ, ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜੇਤੀਆਂ ਮੋਹ ਖਾਏ। ਖਾਇਕ ਕੀ ਹੁੰਦਾ ਹੈ? ਗੁਰਬਾਣੀ ਮੁਤਾਬਕ ਖਾਇਕ ਝੂਠੇ ਨੂੰ ਕਹਿੰਦੇ ਆ, ਗੱਪੀ ਨੂੰ ਆਖਦੇ ਹਨ, ਜਾਂ ਗੁਰਬਾਣੀ ਦੇ ਅੰਦਰ ਉਸ ਨੂੰ ਮੂਰਖ ਵੀ ਆਖਿਆ। ਕਿ ਜੇ ਕੋਈ ਆਪਣੀ ਮਰਜ਼ੀ ਨਾਲ ਹੀ ਗੁਰਬਾਣੀ ਦੇ ਅਰਥ ਮਾਇਆ ਵਿੱਚ ਜੋੜਨ ਲਈ ਪ੍ਰੇਰਿਤ ਕਰੇ, ਉਸ ਨੂੰ ਖਾਇਕ ਆਖਦੇ। ਭਾਵ ਕਿ ਜੇ ਕੋਈ ਆਪਣੀ ਮੱਤ ਵਰਤੇ, ਆਪਣੀ ਅਕਲ ਤੋਂ ਕੰਮ ਲਵੇ, ਆਪਣੀ ਬੁੱਧੀ ਦੇ ਅਨੁਸਾਰ ਗੁਰਬਾਣੀ ਦੇ ਅਰਥ ਕਰਦਾ, ਤਾਂ ਉਸ ਨੂੰ ਗੁਰਬਾਣੀ ਦੇ ਅੰਦਰ ਖਾਇਕ ਆਖਿਆ। ਭਾਵ ਕਿ ਜਿਵੇਂ ਦਸਵੇਂ ਪਾਤਸ਼ਾਹ ਕਹਿੰਦੇ ਆ, ਆਪ ਆਪਣੀ ਬੁੱਧ ਹੈ ਜੀਤੀ, ਵਰਨਤ ਭਿੰਨ ਭਿੰਨ ਤੋਹਿ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਿਹੇ ਵਿਦ ਸਜਾ ਪ੍ਰਥਮ ਸੰਸਾਰ। ਵੀ ਹਰ ਕੋਈ ਆਪੋ ਆਪਣੀ ਬੁੱਧੀ ਦੇ ਮੁਤਾਬਕ ਆਖੀ ਜਾਂਦਾ, ਇਸ ਤਰ੍ਹਾਂ ਸ੍ਰਿਸ਼ਟੀ ਸਾਜੀ ਗਈ, ਇਸ ਤਰ੍ਹਾਂ ਹੋਇਆ, ਪਹਿਲਾਂ ਆਹ ਹੋਇਆ, ਬਾਅਦ ਵਿੱਚ ਆਹ ਹੋਇਆ, ਹੁਣ ਆਏ ਹੋਊਗਾ, ਅੱਗੇ ਆਏ ਹੋਊਗਾ। ਸੋ ਪਾਤਸ਼ਾਹ ਕਹਿੰਦੇ, ਜਿਹੜੀ ਬ੍ਰਹਮ ਦੀ ਸੋਝੀ ਉਹ ਬ੍ਰਹਮ ਦੇ ਦੁਆਰਾ ਹੀ ਹੋ ਸਕਦੀ ਹੈ। ਜਿਵੇਂ ਪੰਜਵੇਂ ਪਾਤਸ਼ਾਹ ਕਹਿੰਦੇ ਆ, ਹਾਰ ਪਰਿਓ ਸੁਆਮੀ ਕੈ ਦੁਆਰਾ, ਦੀਜੈ ਬੁੱਧ ਵਿਵੇਕਾ। ਕਿ ਮੈਂ ਤਾਂ ਆਪ ਜੀ ਦੇ ਅੱਗੇ ਸਮਰਪਣ ਹੋ ਚੁੱਕਿਆ, ਆਪ ਜੀ ਮੈਨੂੰ ਬੁੱਧ ਵਿਵੇਕ ਬੁੱਧੀ ਦਿਓ। ਭਾਵ ਕਿ ਜਿਹੜੀ ਬੁੱਧੀ ਤੁਹਾਡੇ ਕੋਲ ਆ, ਉਹੀ ਬੁੱਧੀ ਮੇਰੇ ਕੋਲ ਆਵੇ, ਫੇਰ ਹੀ ਮੈਂ ਸਮਝ ਸਕਦਾ ਹਾਂ ਕਿ ਤੁਹਾਡੀ ਗੱਲ ਕੀ ਹੈ, ਤੁਸੀਂ ਕਹਿਣਾ ਕੀ ਚਾਹੁੰਦੇ। ਜਦੋਂ ਅਸੀਂ ਗੁਰਬਾਣੀ ਦੇ ਅਰਥ ਆਪਣੀ ਮਰਜ਼ੀ ਨਾਲ ਕਰ ਲਏ, ਅੱਜ ਹਰ ਕੋਈ ਇਹ ਵੀ ਗੱਲ ਆਖ ਦਿੰਦਾ ਜੀ ਵੀ ਹਰ ਕੋਈ ਆਪੋ ਆਪਣੇ ਹਿਸਾਬ ਨਾਲ ਹੀ ਅਰਥ ਕਰਦਾ, ਕੋਈ ਕਹਿੰਦਾ ਐਂ ਆ, ਕੋਈ ਕਹਿੰਦਾ ਇਸ ਤਰ੍ਹਾਂ। ਜਦ ਕਿ ਅਸੀਂ ਗੁਰਬਾਣੀ ਦਾ ਅਰਥ ਆਪਣੀ ਮੱਤ ਦੇ ਨਾਲ ਨਹੀਂ ਕਰ ਸਕਦੇ, ਕਿਉਂਕਿ ਗੁਰਬਾਣੀ 'ਚ ਹੀ ਗੁਰਬਾਣੀ ਦੇ ਅਰਥ ਵੀ ਪਏ, ਵਿਆਖਿਆ ਪਈ ਹੈ। ਉੱਥੋਂ ਸਿੱਧ ਹੋ ਜਾਂਦਾ ਕਿ ਵਾਕਈ ਗੱਲ ਇਹ। ਇਸੇ ਕਰਕੇ ਗੁਰਬਾਣੀ ਦੇ ਅੰਦਰ ਬੁਝਾਰਤ ਸ਼ਬਦ ਆਉਂਦਾ ਹੈ, ਬੁੱਝਣ ਬਾਰੇ ਬਾਰ-ਬਾਰ ਜ਼ੋਰ ਆਉਂਦਾ ਹੈ, ਸ਼ਬਦ ਵਿਚਾਰ ਕਰਨ 'ਤੇ ਬਾਰ-ਬਾਰ ਜ਼ੋਰ ਆਉਂਦਾ ਹੈ। ਬਾਰ-ਬਾਰ ਜਪਣ ਬਾਰੇ ਗੁਰਬਾਣੀ 'ਚ ਤਾਂ ਹੀ ਆਗਿਆ ਦਿੱਤੀ ਕਿ ਬਾਰ-ਬਾਰ ਜਪਿਓ, ਬਾਰ-ਬਾਰ ਸਮਝਿਓ, ਕਿ ਕਿਤੋਂ ਕਮੀ ਨਾ ਰਹਿ ਜਾਵੇ, ਕੋਲੋਂ ਬਣਾ ਕੇ ਕੋਈ ਗੱਲ ਨਾ ਕਹਿ ਦਿਓ। ਜੇ ਤੁਸੀਂ ਗੁਰਬਾਣੀ ਦੀ ਗੱਲ ਆਪਣੇ ਕੋਲੋਂ ਬਣਾ ਕੇ ਕਹਿ ਦਿੱਤੀ, ਤਾਂ ਫਿਰ ਸੱਚੇ ਦੇ ਦਰਬਾਰ ਵਿੱਚ ਸ਼ਰਮਿੰਦਗੀ ਹੋਊਗੀ। ਤਾਂ ਹੀ ਗੁਰਬਾਣੀ ਦੇ ਅੰਦਰ ਆਇਆ ਨਾ ਕਿ ਮਤ ਸ਼ਰਮਿੰਦਾ ਥੀ ਵੀ ਸਾਈਂ ਦੇ ਦਰਬਾਰ, ਵੀ ਕੋਈ ਐਸਾ ਕੁਛ ਨਾ ਕਰੀ। ਜਦ ਕਿ ਗੁਰਬਾਣੀ ਦੇ ਅੰਦਰ ਇੰਨੇ ਵਿਸਥਾਰ ਦੇ ਬਾਵਜੂਦ ਵੀ ਬਾਕੀ ਗੁਰਬਾਣੀ ਤੋਂ ਅਰਥ ਨਹੀਂ ਸਮਝਦੇ। ਤੇ ਜਿਹੜਾ ਗੁਰਬਾਣੀ ਤੋਂ ਗੁਰਬਾਣੀ ਦੀ ਸੋਝੀ ਨਹੀਂ ਲੈ ਰਿਹਾ, ਤਾਂ ਪਾਤਸ਼ਾਹ ਕਹਿੰਦੇ ਅੱਗੇ ਜਾ ਕੇ ਫਿਰ ਉਸਦੇ ਮੂੰਹ ਦੇ ਉੱਪਰ ਚਪੇੜਾਂ ਪੈਂਦੀਆਂ। ਫਿਰ ਥਾਓ ਨਾ ਹੋ ਬਈ ਪਾਉ ਦੀ, ਹੁਣ ਸੁਣੀਏ ਕਿਆ ਰੁਆਇਆ। ਫਿਰ ਉਹ ਸ਼ਰਮਿੰਦਗੀ ਦਿੰਦੇ ਆ ਵੀ ਅਸੀਂ ਤਾਂ ਗੁਰਬਾਣੀ 'ਚ ਇਸ ਤਰੀਕੇ ਨਾਲ ਨਹੀਂ ਲਿਖਿਆ ਸੀ। ਤੂੰ ਆਪਣੇ ਕੋਲੋਂ ਆਪਣੀ ਹੀ ਇੱਜ਼ਤ ਬਣਾਉਣ ਦੇ ਲਈ, ਭਰਮ ਜਾਲ ਦੇ ਵਿੱਚ ਆਮ ਸੰਗਤ ਨੂੰ ਪਾਉਣ ਦੇ ਲਈ ਕੋਲੋਂ ਹੀ ਇਹ ਗੱਲਾਂ ਕਿਉਂ ਕਹੀਆਂ। ਸੋ ਹੇ ਮੇਰੇ ਮਨਾ, ਅੱਗੇ ਜਾ ਕੇ ਫਿਰ ਤੈਨੂੰ ਸ਼ਰਮਿੰਦਗੀ ਚੱਲਣੀ ਪਊਗੀ।
ਗੁਰਬਾਣੀ ਦੇ ਅਰਥ ਗੁਰਬਾਣੀ ਦੇ ਅੰਦਰ ਹੀ ਹਨ। ਕਿਸੇ ਨੂੰ ਸਮਝਾਉਣ ਤੋਂ ਪਹਿਲਾਂ ਖੁਦ ਆਪ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ, ਫਿਰ ਕਿਸੇ ਦੇ ਨਾਲ ਸਮਝਾਉਣ ਦੀ ਗੱਲ ਕਰੇ। ਜਿੰਨਾ ਚਿਰ ਖੁਦ ਆਪ ਨੂੰ ਹੀ ਨਹੀਂ ਸਮਝ ਹੈਗੀ, ਉਨਾ ਚਿਰ ਨਹੀਂ ਕਿਸੇ ਨੂੰ ਸਮਝਾਉਣਾ ਚਾਹੀਦਾ। ਗੁਰਬਾਣੀ ਦੇ ਅੰਦਰ ਬਚਨ ਹੈ ਪਾਤਸ਼ਾਹ ਦਾ, ਪ੍ਰਥਮੇ ਮਨ ਪ੍ਰਬੋਧੈ ਆਪਣਾ, ਪਹਿਲਾਂ ਆਪਣੇ ਮਨ ਦੇ ਉੱਪਰ ਪ੍ਰਬੋਧ ਕਰ, ਪਾਛੈ ਅਵਰ ਰੀਝਾਵੈ, ਫੇਰ ਦੂਸਰੇ ਨਾਲ ਜਾ ਕੇ ਬੈਠ ਕੇ ਵਿਚਾਰ ਕਰੀ। ਤੇ ਜੇ ਤੂੰ ਇਸ ਤਰ੍ਹਾਂ ਨਹੀਂ ਕੀਤਾ, ਆਪਣੀ ਮਰਜ਼ੀ ਨਾਲ ਹੀ ਗੁਰਬਾਣੀ ਦੇ ਅਰਥ ਕਰੀ ਗਿਆ, ਫਿਰ ਪਛਤਾਵਾ ਹੈ। ਕਿਉਂਕਿ ਗੁਰਬਾਣੀ ਪਰਮਾਰਥੀ ਜੀਵਨ ਹੈ, ਸੁਆਰਥੀ ਨਹੀਂ ਹੈ। ਸੁਆਰਥੀ ਜਿਹੜਾ ਜੀਵਨ ਹੈ, ਸਰੀਰ ਕਰਕੇ ਬਤੀਤ ਕਰਨਾ, ਉਹਦੇ ਲਈ ਮਾਇਆ 'ਚ ਹੀ ਗਿਆਨ ਪਿਆ, ਉਹ ਸਾਨੂੰ ਗਿਆਨ ਆਮ ਹੀ ਮਿਲ ਜਾਂਦਾ। ਪਰ ਜਿਹੜਾ ਗੁਰਬਾਣੀ ਦਾ ਗਿਆਨ ਹੈ, ਇਹ ਪਰਮਾਰਥੀ ਗਿਆਨ ਹੈ, ਇਸ ਭਵ ਸਾਗਰ 'ਚੋਂ ਨਿਕਲਣ ਦਾ ਗਿਆਨ ਹੈ। ਗੁਰਬਾਣੀ ਦਾ ਇੱਕ ਵੀ ਬਚਨ ਸੰਸਾਰ ਵਾਸਤੇ ਨਹੀਂ। ਜਿਹੜੇ ਇਹ ਗੱਲ ਕਹਿੰਦੇ ਆ ਕਿ ਗੁਰਬਾਣੀ ਦੇ ਵਿੱਚ ਜੀਵਨ ਜਾਂਚ ਹੈ, ਉਹ ਮੂਰਖ ਨੇ। ਗੁਰਬਾਣੀ ਦੇ ਅੰਦਰ ਮਰਨ ਦੀ ਜਾਂਚ ਦੱਸੀ ਗਈ ਕਿ ਮਰਨਾ ਕਿਵੇਂ ਹੈ। ਜਦੋਂ ਗੁਰਬਾਣੀ ਅਨੁਸਾਰ ਮਨ ਮਰ ਜਾਂਦਾ, ਕਬੂਲ ਕਰ ਲੈਂਦਾ ਮਰਨਾ, ਫਿਰ ਇਹਨੂੰ ਬਾਣੀ ਜਿਉਂਦਾ ਕਰਦੀ ਹੈ। ਪਹਿਲਾਂ ਮਰਨ ਕਬੂਲ, ਪਹਿਲਾਂ ਕਬੂਲਣਾ ਪੈਂਦਾ ਮਨ ਨੂੰ, ਕਬੂਲਣਾ ਹੀ ਮਰਨਾ। ਜੀਵਨ ਕੀ ਛੱਡ ਆਸ, ਕਿ ਜਿਹਨੂੰ ਤੂੰ ਜੀਵਨ ਮੰਨਦਾ ਉਹ ਜੀਵਨ ਨਹੀਂ ਹੈ, ਉਹਦੀ ਇੱਛਾ ਛੱਡ। ਹੁਣ ਇਹ ਪ੍ਰਚਾਰ ਤਾਂ ਕਿਸੇ ਗੁਰਦੁਆਰੇ ਵਿੱਚ ਵੀ ਨਹੀਂ ਕੀਤਾ ਜਾਂਦਾ। ਹੋ ਸਭਨਾ ਕੀ ਰੇਣਕਾ, ਕਹਿੰਦੇ ਫੇਰ ਹੋ ਸਭਨਾ ਕੀ ਰੇਣਕਾ, ਜਿਹੜੇ ਸਾਰੇ ਸੱਚਖੰਡ ਵਿੱਚ ਜਿੰਨੀਆਂ ਵੀ ਜੋਤਾਂ ਨੇ, ਉਹਨਾਂ ਦੀ ਜਿਹੜੀ ਰੇਣਕ ਹੈ, ਉਹਨਾਂ ਦਾ ਜਿਹੜਾ ਹੁਕਮ ਹੈ, ਗਿਆਨ ਦੀ ਧੂੜੀ ਹੈ ਜਿਹੜੀ, ਉਹ ਪ੍ਰਾਪਤ ਹੋਊਗੀ। ਤਾਂ ਆਓ ਹਮਾਰੇ ਪਾਸ, ਕਹਿੰਦੇ ਉਹ ਧੂੜੀ ਤੁਹਾਨੂੰ ਸਾਡੇ ਕੋਲ ਲੈ ਕੇ ਆਊਗੀ, ਭਾਵ ਕਿ ਉਹ ਹੁਕਮ ਸਾਨੂੰ ਉੱਥੇ ਤੱਕ ਲੈ ਕੇ ਜਾਊਗਾ। ਸੁਰਤ ਸ਼ਬਦ ਭਵ ਸਾਗਰ ਧਰੀਐ, ਉਹਨੇ ਸਾਨੂੰ ਪਾਰ ਲੈ ਕੇ ਜਾਣਾ, ਉਹ ਤੋਂ ਬਿਨਾਂ ਨਹੀਂ ਜਾ ਸਕਦੇ। ਹੇ ਮੇਰੇ ਮਨਾ, ਗੁਰਬਾਣੀ ਦੀ ਵਿਆਖਿਆ ਗੁਰਬਾਣੀ 'ਚ ਪਾਤਸ਼ਾਹੀਆਂ ਨੇ ਕੀਤੀ ਹੋਈ ਹੈ, ਉਹ ਸਾਨੂੰ ਬੁਝਾਰਤ ਬੁੱਝਣੀ ਪਵੇਗੀ। ਜਿਵੇਂ ਜਿਵੇਂ ਅਸੀਂ ਬੁਝਾਰਤ ਬੁੱਝਾਂਗੇ, ਤਿਵੇਂ ਤਿਵੇਂ ਸਾਡਾ ਮਨ ਮਾਇਆ ਵੱਲੋਂ ਟੁੱਟਦਾ ਜਾਊਗਾ। ਮਾਇਆ ਵੱਲੋਂ ਟੁੱਟਣਾ ਹੀ ਇਹਦਾ ਮਰਨਾ ਹੈ। ਸੱਚ ਵਾਲੇ ਪਾਸੇ ਨੂੰ ਜਿਉਂਦਾ ਹੁੰਦਾ ਚਲੇ ਜਾਵੇਗਾ। ਨਾਨਕ ਨਾਮ ਮਿਲੇ ਤਾਂ ਜੀਵਾਂ, ਮਿਲੇ ਕੰਟੀਨਿਊ ਸ਼ਬਦ ਆ ਵੀ ਜਿੰਨਾ ਚਿਰ ਉਹ ਮਿਲਦਾ ਹੈ ਉਨਾ ਚਿਰ ਹੀ ਜੀਵਨ ਹੈ। ਜਿੱਦਣ ਨਾਮ ਮਿਲਣਾ ਬੰਦ ਹੋ ਗਿਆ, ਉਸੇ ਵੇਲੇ ਹੀ ਮਰ ਜਾਣਾ ਹੈ। ਸਾਸ ਸਾਸ ਸਿਮਰੋ ਗੋਬਿੰਦ ਲਿਖਿਆ ਹੋਇਆ। ਇੱਕ ਸਕਿੰਟ ਜਿੰਨਾ ਵੀ ਬੇਲ ਨਹੀਂ ਦਿੱਤਾ ਪਾਤਸ਼ਾਹ ਨੇ ਪਰਮਾਰਥ ਵਾਲੇ ਪਾਸੇ। ਸਵਾਸ ਤਾਂ ਆ ਹੀ ਜਾ ਰਿਹਾ। ਸਵਾਸ ਜਿਹੜੇ ਸੰਸਾਰੀ ਨਾਮ ਜਪਦੇ ਉਹ ਤਾਂ ਜਪ ਹੀ ਨਹੀਂ ਸਕਦੇ, ਪਰ ਨਿਰਾਕਾਰੀ ਸਵਾਸ ਨਾਮ ਜਪਦਾ, ਜਿਹੜਾ ਨਿਰਾਕਾਰੀ ਹੈ, ਜਿਹਨੂੰ ਅਸਲੀ ਨਾਮ ਦਾ ਪਤਾ ਹੈ। ਅਸਲੀ ਨਾਮ ਅਸਲ ਵਿੱਚ ਜਪਿਆ ਹੀ ਸਵਾਸ ਜਾਂਦਾ ਹੈ, ਸਿਮਰਿਆ ਹੀ ਸਵਾਸ ਜਾਂਦਾ ਹੈ। ਜਿਹੜਾ ਨਿਰਾਕਾਰੀ ਨਾਮ ਹੈ, ਜਿਹੜਾ ਸੰਸਾਰੀ ਨਾਮ ਹੈ, ਉਹ ਜ਼ੁਬਾਨ ਨਾਲ ਹੀ ਜਪਿਆ ਜਾਂਦਾ ਹੈ। ਇਹ ਵੀ ਇੱਕ ਬਹੁਤ ਵੱਡਾ ਭੇਦ ਹੈ ਗੁਰਬਾਣੀ ਦੇ ਅੰਦਰ, ਪਰ ਸਮਝ ਉਹਦੀ ਮਿਹਰ ਨਾਲ ਹੀ ਆਉਂਦਾ ਹੈ। ਸੋ ਹੇ ਮੇਰੇ ਮਨਾ, ਇਹ ਗੱਲ ਨੂੰ ਸਮਝ ਲੈ ਕਿ ਗੁਰਬਾਣੀ ਦੇ ਅੰਦਰ ਹੀ ਗੁਰਬਾਣੀ ਦੀ ਵਿਆਖਿਆ ਕੀਤੀ। ਜੇ ਤੂੰ ਗੁਰਬਾਣੀ ਤੋਂ ਬਾਹਰ ਜਾ ਕੇ ਕੋਈ ਇਹਦਾ ਅਰਥ ਕਰ ਲਿਆ, ਫਿਰ ਪਛਤਾਵਾ ਹੋਵੇਗਾ। ਕਿਉਂਕਿ ਪਛਤਾਵਾ ਕਦੋਂ ਹੋਵੇਗਾ? ਕਿ ਜਦੋਂ ਅਸਲੀ ਭਗਤ ਪ੍ਰਗਟ ਹੋ ਗਿਆ। ਕਿਉਂਕਿ ਅਸਲੀ ਨੇ ਆ ਕੇ ਅਸਲੀ ਅਰਥ ਕਰ ਦੇਣੇ। ਜਿਵੇਂ ਭਗਤ ਕਬੀਰ ਜੀ ਨੇ ਵੇਦਾਂ 'ਚ ਲਿਖੇ ਬ੍ਰਹਮ ਗਿਆਨ ਨੂੰ ਸਮਝਾਇਆ, ਪਹਿਲਾਂ ਖੁਦ ਸਮਝਿਆ ਤੇ ਫਿਰ ਸਮਝਾਇਆ, ਤਾਂ ਆਪਣੇ ਹਿਰਦੇ ਅੰਦਰ ਉਸ ਗਿਆਨ ਨੂੰ ਪ੍ਰਗਟ ਕਰ ਲਿਆ। ਫਿਰ ਪਤਾ ਲੱਗਿਆ ਕਿ ਪੰਡਤ ਨੇ ਤਾਂ ਅਰਥ ਹੀ ਬਦਲ ਦਿੱਤੇ ਸਨ। ਕਿਉਂਕਿ ਗੁਰਬਾਣੀ ਦੇ ਅੰਦਰ ਫਰਮਾਨ ਹੈ, ਪਾਹਨ ਬੋਡੀ ਪ੍ਰਥਮੀ ਪੰਡਤ ਪਾੜੀ ਬਾਟ।
ਕਿ ਪੱਥਰ ਦੇ ਨਾਲ ਜੋੜ ਦਿੱਤਾ ਚੇਤਨ ਨੂੰ। ਚੇਤਨ ਹੈ ਸਾਡਾ ਆਪਣਾ ਮੂਲ, ਸਾਡੇ ਮੂਲ ਨੂੰ ਮਾਇਆ ਦੇ ਸਰੀਰ ਨਾਲ ਜੋੜ ਕੇ ਰੱਖਦਾ ਤਾਂ ਇਹ ਸੰਸਾਰ ਨਾਲ ਜੋੜਤਾ, ਡੋਬ ਕੇ ਰੱਖਤੇ। ਪਾਤਸ਼ਾਹ ਕਹਿੰਦੇ ਅਰਥ ਹੀ ਮਾਇਆ ਨਾਲ ਜੋੜ ਦਿੱਤੇ। ਅਸੀਂ ਵੀ ਜੋੜੇ ਨੇ, ਅੱਜ ਸਾਡੇ ਵੀ ਸਿੱਖ ਮੱਤ ਵਿੱਚ ਵੀ ਜੋੜੇ ਹੀ ਹੋਏ ਨੇ। ਜਿੱਥੇ ਗੁਰਬਾਣੀ 'ਚ ਸੱਚਖੰਡ ਆਇਆ ਅਸੀਂ ਇੱਥੇ ਸੱਚਖੰਡ ਬਣਾ ਲਿਆ, ਜਦ ਕਿ ਗੁਰਬਾਣੀ 'ਚ ਬਚਨ ਹੈ ਸੱਚਖੰਡ ਵਸੈ ਨਿਰੰਕਾਰ। ਜਿੱਥੇ ਆਕਾਰ ਤੋਂ ਰਹਿਤ ਕੋਈ ਚੀਜ਼ ਹੈ ਉਹ ਸੱਚ ਦਾ ਹਿੱਸਾ ਹੈ, ਉਹਨੂੰ ਸੱਚ ਕਿਹਾ ਜਾਂਦਾ, ਉਸ ਹਿੱਸੇ ਨੂੰ ਸੱਚ ਕਹਿੰਦੇ। ਉੱਥੇ ਸੱਚਖੰਡ ਦੇ ਡੱਡੇ ਨੂੰ ਸਿਹਾਰੀ ਪਾਈ ਪਾਤਸ਼ਾਹ ਕਿ ਇਹ ਹਿੱਸਾ ਤੁਹਾਡਾ ਆਪਣਾ ਮੂਲ ਹੀ ਹੈ। ਤੁਹਾਡੇ ਆਪਣੇ ਮੂਲ ਤੋਂ ਇੱਕ ਹਿੱਸਾ ਟੁੱਟਿਆ ਜਿਹੜਾ ਮਾਇਆ 'ਚ ਆ ਗਿਆ, ਜਿਹੜਾ ਮਨ ਹੈ। ਉਸ ਮਨ ਨੂੰ ਖਤਮ ਕਰ ਦੇਣਾ। ਤੂੰ ਪਾਤਸ਼ਾਹ ਕਹਿੰਦੇ ਸੱਚ ਹੀ ਹੈ, ਤੇ ਜਦੋਂ ਤੂੰ ਸੱਚ ਹੈ ਤੂੰ ਨਿਰੰਕਾਰ ਹੈ, ਬਸ ਹੈ, ਬਹੁਵਚਨ ਹੈ ਕਿ ਫਿਰ ਤੈਨੂੰ ਪਤਾ ਨਹੀਂ ਕਿੰਨੀਆਂ ਕੁ ਜਿਹੜੀਆਂ ਜੋਤਾਂ ਨੇ ਨਿਰੰਕਾਰ ਨੇ, ਇੱਕੋ ਜਿਹੇ ਆਕਾਰ ਵਾਲੀਆਂ ਨੇ, ਉਹਨਾਂ ਦੇ ਵਿੱਚ ਜਾ ਕੇ ਤੂੰ ਵੀ ਬਹਿ ਜਾਏਗਾ। ਸੋ ਇਹਨਾਂ ਅਰਥਾਂ ਨੂੰ ਸਾਨੂੰ ਗੁਰਬਾਣੀ ਤੋਂ ਹੀ ਸਮਝਣਾ ਪਊਗਾ। ਜਦੋਂ ਅਸੀਂ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰਦੇ ਹਾਂ ਫਿਰ ਜੀਵਨ ਹੋਰ ਤਰੀਕੇ ਦਾ। ਜਦੋਂ ਅਸੀਂ ਗੁਰਬਾਣੀ ਨੂੰ ਮਾਇਆ 'ਚ ਲੈ ਕੇ ਜਾਂਦੇ ਹਾਂ ਫਿਰ ਜੀਵਨ ਹੋਰ ਤਰੀਕੇ ਦਾ। ਫਿਰ ਅਸੀਂ ਡਰਦੇ ਨਹੀਂ, ਚਲੋ ਇਹ ਗੱਲ ਕਹਿੰਦੇ, ਫਿਰ ਬੰਦਾ ਗੁਰਬਾਣੀ ਦੇ ਬੜੇ ਤਰੀਕਿਆਂ ਨਾਲ ਸ਼ੰਕਾ ਵੀ ਕਰ ਸਕਦਾ ਵੀ ਦੇਖੋ ਜੀ ਗੁਰਬਾਣੀ 'ਚ ਐਂ ਲਿਖਿਆ ਹੋਇਆ, ਤੁਸੀਂ ਕਹਿੰਦੇ ਸੀ ਗੁਰਬਾਣੀ ਦਾ ਆਹ ਸ਼ਬਦ ਪੜ੍ਹਨ ਵਾਲਾ ਆਏ ਹੋ ਤਾਂ ਸਾਡੇ ਨਾਲ ਫਿਰ ਹੋਇਆ ਨਹੀਂ। ਪਰ ਜਦੋਂ ਉਹਨੂੰ ਨਿਰਾਕਾਰੀ ਗੱਲ ਦੱਸੀ ਜਾਂਦੀ ਹੈ ਵੀ ਤੂੰ ਐਂ ਕਰ ਨਿਰਾਕਾਰੀ ਤੌਰ 'ਤੇ, ਫਿਰ ਨਾ ਹੋਵੇ ਤਾਂ ਜ਼ਿੰਮੇਵਾਰੀ ਹੈ। ਹੁਣ ਨਿਰਾਕਾਰੀ ਕਰਨਾ ਬਹੁਤ ਔਖਾ ਹੈ। ਹੁਣ ਨਿਰਾਕਾਰੀ ਦੇ ਵਿੱਚ ਕਿਹੜਾ ਕਰੂਗਾ? ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੁਰਿਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਹੈ ਨਿਰਾਕਾਰੀ। ਤਾਂ ਇਹ ਤਾਂ ਖੇਡ 10ਵੇਂ ਪਾਤਸ਼ਾਹ ਨੇ ਵਰਤਾ ਕੇ ਦਿਖਾਈ ਵੀ ਆਓ ਵੀ ਜਿਹਨੇ ਸੱਚਖੰਡ ਜਾਣਾ ਸਿਰ ਦਿਓ। ਹੁਣ ਜਿਹਨੇ ਸਿਰ ਦਿੱਤਾ ਉਹ ਸੱਚਖੰਡ ਵਾਸੀ ਹੈ। ਹੁਣ ਸਾਡੇ ਤਾਂ ਸਾਰੇ ਸੱਚਖੰਡ ਵਾਸੀ ਨੇ। ਮਨ ਵਿੱਚ ਹੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ ਹੁੰਦੇ। ਹੁਣ ਹੇ ਮੇਰੇ ਮਨ ਤਾਂ ਕੋਈ ਵੇਚਦਾ ਹੀ ਨਹੀਂ। ਇੱਥੇ ਦਾ ਜੇ ਕੁਛ ਵੀ ਹੁੰਦਾ ਜੀ ਸਾਡਾ ਵੀ ਕਾਰਜ ਰਾਸ ਆ ਗਿਆ। ਉਹ ਕਹਿੰਦਾ ਮੇਰਾ ਕਾਰਜ ਰਾਸ ਕਰਤਾ। ਗੁਰਬਾਣੀ ਕਿਹੜੇ ਕਾਰਜ ਰਾਸ ਨੂੰ ਕਹਿੰਦੀ ਹੈ? ਸੰਸਾਰ 'ਚ ਧਾਰਮਿਕ ਲੋਕਾਂ ਨੇ, ਜਿਹੜੇ ਸੰਸਾਰੀ ਧਾਰਮਿਕ ਨੇ, ਉਹਨਾਂ ਨੇ ਕਿਹੜੇ ਕਾਰਜਾਂ ਨੂੰ ਬਣਾ ਲਿਆ? ਸੋ ਅੱਗੇ ਜਾ ਕੇ ਪਛਤਾਵਾ ਹੈ। ਪਛਤਾਵਾ ਇੱਥੇ ਵੀ ਹੁੰਦਾ ਹੈ ਪਰ ਇੱਥੇ ਡਰਦੇ ਨਹੀਂ ਮੰਨਦੇ। ਡਰ ਹੁੰਦਾ ਹਉਮੈ ਦਾ ਕਿ ਹਉਮੈ ਤੇ ਸੱਟ ਵੱਜਦੀ ਹੈ। ਸੋ ਪਾਤਸ਼ਾਹ ਜੀ ਕਹਿੰਦੇ ਪੰਡਤ ਨੇ ਅਸਲੀ ਅਰਥ ਹੀ ਬਦਲਤਾ ਕਿ ਚੇਤਨ ਦੀ ਗੱਲ ਛੱਡ ਕੇ ਪੱਥਰ ਤੇ ਲੈ ਆਇਆ। ਗਊ ਦੇ ਅਰਥ ਪਸ਼ੂ ਕਰ ਦਿੱਤਾ, ਜਦ ਕਿ ਗੁਰਬਾਣੀ ਦੇ ਅੰਦਰ ਜਿਹੜਾ ਬ੍ਰਹਮ ਗਿਆਨ ਆ ਉਹਦੇ ਵਿੱਚ ਗਊ ਹੈ ਜਿਹੜਾ ਉਹ ਮੱਤ ਨੂੰ ਆਖਿਆ ਜਾਂਦਾ, ਬੁੱਧੀ ਨੂੰ ਆਖਿਆ ਜਾਂਦਾ, ਅਕਲ ਨੂੰ ਆਖਿਆ ਜਾਂਦਾ। ਪਰ ਸਾਡੇ ਹੁਣ ਗਊ ਬਾਹਰ ਸੀਗੀ ਕਿਉਂਕਿ ਪਾਤਸ਼ਾਹ ਨੇ ਪ੍ਰਮਾਣ ਤਾਂ ਇੱਥੋਂ ਦੇ ਹੀ ਦੇਣੇ ਸੀ, ਮਾਇਆ ਚੋਂ ਹੀ। ਅਸੀਂ ਕੋਈ ਬੁਝਾਰਤ ਬੁੱਝਣੀ ਸੀ, ਪਰ ਬੁਝਾਰਤ ਬੁੱਝਣ ਦੀ ਬਜਾਏ ਸੰਸਾਰ ਨਾਲ ਹੀ ਜੁੜ ਗਏ। ਫਿਰ ਉਹਦੇ ਲਈ ਕਥਾ ਕਹਾਣੀਆਂ ਬਣਾ ਲਈਆਂ। ਉਹ ਕਥਾ ਕਹਾਣੀਆਂ ਸਾਡੇ ਅੰਦਰ ਇੰਨੀਆਂ ਵਸ ਗਈਆਂ ਕਿਉਂਕਿ ਸਾਡੇ ਅੰਦਰ ਵੀ ਮਾਇਆ ਦੀ ਭੁੱਖ ਹੈ। ਸਾਨੂੰ ਉਹ ਚੰਗੀਆਂ ਲੱਗਦੀਆਂ ਨੇ। ਉਹ ਮਾਇਆ ਦੀ ਪੂਰਤੀ ਦੇ ਲਈ ਅਸੀਂ ਉਹਨਾਂ ਸਾਖੀਆਂ ਦੇ ਉੱਪਰ ਇੰਨੇ ਜ਼ਿਆਦਾ ਸਮਰਪਿਤ ਹੋ ਗਏ ਕਿ ਸਾਨੂੰ ਗੁਰਬਾਣੀ ਦੀ ਜਿਹੜੀ ਬ੍ਰਹਮ ਦੀ ਗੱਲ ਸੀਗੀ, ਜਿਹੜੀ ਕਬੀਰ ਸਾਹਿਬ ਜੀ ਪਾਤਸ਼ਾਹ ਨੇ ਗੱਲ ਕਹੀ ਸੀ, ਲੋਕ ਜਾਣੇ ਇਹ ਗੀਤ ਇਹ ਤੋਂ ਬ੍ਰਹਮ ਵਿਚਾਰ, ਉਹ ਬ੍ਰਹਮ ਵਿਚਾਰ ਛੱਡਤੀ, ਗੀਤ ਮੰਨ ਲਿਆ। ਫਿਰ ਬ੍ਰਹਮ ਦੀ ਵਿਚਾਰ ਕੌਣ ਕਰੂਗਾ? ਹੁਣ ਬ੍ਰਹਮ ਬਾਰੇ ਤਾਂ ਕੋਈ ਵੀ ਨਹੀਂ ਵਿਚਾਰ ਕਰਦਾ। ਰੱਬ ਦੀ ਵਿਚਾਰ ਕਰਨ ਲੱਗ ਗਏ। ਰੱਬ ਦੀ ਵਿਚਾਰ ਨਹੀਂ ਸੀ ਕਰਨੀ, ਆਪਣੇ ਆਪੇ ਦੀ ਵਿਚਾਰ ਕਰਨੀ। ਆਪਣੇ ਆਪ ਨੂੰ ਪਛਾਣਨਾ, ਆਪਣੇ ਆਪ ਨੂੰ ਜਾਣਨਾ।
ਆਪਣੇ ਅੰਦਰ ਝਾਤੀ ਮਾਰਨੀ। ਆਪਣੜੇ ਗਿਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਪਾਤਸ਼ਾਹ ਕਹਿੰਦੇ ਆਪਣੇ ਅੰਦਰ ਝਾਤੀ ਮਾਰ, ਆਪਣੇ ਆਪ ਦਾ ਧਿਆਨ ਕਰ ਕਿ ਮੇਰੇ ਅੰਦਰੋਂ ਕੀ ਫੁਰਨੇ ਉੱਠਦੇ ਹਨ, ਮੇਰੇ ਅੰਦਰ ਕੀ ਬਿਰਤੀ ਹੈ, ਮੇਰੀਆਂ ਵਾਸ਼ਨਾਵਾਂ ਕੀ ਨੇ, ਮੇਰੇ ਵਿਚਾਰ ਕਿਹੋ ਜਿਹੇ ਨੇ। ਆਪ ਸਵਾਰੇ। ਪਾਤਸ਼ਾਹ ਕਹਿੰਦੇ ਆਪਣੇ ਆਪ ਨੂੰ ਸਵਾਰ। ਮੈਂ ਮਿਲਾਂ, ਕਹਿੰਦੇ ਜੇ ਤੂੰ ਮੈਨੂੰ ਮੰਨਦਾ ਵੀ ਮੈਂ ਕੋਈ ਹੈਗਾ ਤਾਂ ਮੈਂ ਤੈਨੂੰ ਆਪ ਹੀ ਮਿਲ ਜੂ, ਪਹਿਲਾਂ ਤੂੰ ਆਪਣੇ ਆਪ ਨੂੰ ਸਵਾਰ ਲੈ। ਹੁਣ ਅਸੀਂ ਆਪਣੇ ਆਪ ਨੂੰ ਤਾਂ ਸਵਾਰਿਆ ਨਹੀਂ। ਮਿਲਣਾ ਚਾਹੁੰਦੇ ਹਾਂ ਰੱਬ ਨੂੰ, ਦਰਸ਼ਨ ਰੱਬ ਦੇ ਕਰਨਾ ਚਾਹੁੰਦੇ ਹੋ, ਰੱਬ ਕਹਿੰਦਾ ਨਹੀਂ, ਇਸ ਤਰ੍ਹਾਂ ਨਹੀਂ ਹੋਣਾ। ਮੈਲੇ ਭਾਂਡੇ 'ਚ ਕੋਈ ਵਸਤੂ ਨਹੀਂ ਪੈਂਦਾ। ਭਾਂਡਾ ਧੋਏ ਵੈ ਸਤੂਪ ਦੇਵੋ ਤੋ ਦੁੱਧ ਦੇ ਕੋ ਜਾਵੋ। ਫਿਰ ਇਹ ਵੀ ਦੱਸਦਾ ਹੁਣ ਉਹਦੇ ਦੁੱਧ ਕਿਹੜਾ। ਦੂਧ ਕਰਮ ਫੁਨ ਸੋਰਤ ਸਮਾਇਣ ਹੋਏ ਨਿਰਾਸ ਜਮਾਵੋ। ਸਿੱਧਾ ਲਿਖਿਆ ਪਾਤਸ਼ਾਹ ਨੇ, ਪਰ ਅਸੀਂ ਫਿਰ ਵੀ ਨਹੀਂ ਮੰਨੇ। ਅਸੀਂ ਨਾਮਦੇਵ ਜੀ ਪਾਤਸ਼ਾਹ ਨਾਲ ਫਿਰ ਸਾਖੀ ਜੋੜਤੀ ਕਿ ਨਾਮਦੇਵ ਜੀ ਨੇ ਜੀ ਭਗਵਾਨ ਨੂੰ ਦੁੱਧ ਦਾ ਭੋਗ ਲਵਾਇਆ, ਜਦ ਕਿ ਉੱਥੇ ਜਿਹੜਾ ਨਾਮਦੇਵ ਜੀ ਪਾਤਸ਼ਾਹ ਦਾ ਆਪ ਦਾ ਬਚਨ ਲਿਖਿਆ ਉੱਥੇ ਉਹਨਾਂ ਨੇ ਸਪਸ਼ਟ ਕੀਤਾ। ਪਰ ਅਸੀਂ ਉਹ ਸਪਸ਼ਟ ਬਚਨਾਂ ਦੀ ਬ੍ਰਹਮ 'ਚ ਖੋਜ ਨਹੀਂ ਕੀਤੀ, ਮਾਇਆ 'ਚ ਫੇਰ ਕਰ ਲਈ। ਤੇ ਫਿਰ ਸਾਨੂੰ ਮਾਇਆ ਹੀ ਮਿਲੀ, ਚਿੰਤਾ ਹੀ ਮਿਲੀਆਂ, ਫਿਕਰ ਹੀ ਮਿਲੇ, ਦੁਬਿਧਾ ਹੀ ਮਿਲੀ, ਪ੍ਰਸੰਨਤਾ ਤਾਂ ਨਾ ਮਿਲੀ। ਤੇ ਜਿਨ੍ਹਾਂ ਨੇ ਬ੍ਰਹਮ ਦੀ ਖੋਜ ਕੀਤੀ, ਸੱਚ ਲੱਭਿਆ, ਉਹ ਤਾਂ ਆਰਿਆਂ ਥੱਲੇ ਵੀ ਬੈਠ ਕੇ ਸ਼ੁਕਰ ਕਰਦੇ ਸੀ। ਉਹ ਤਾਂ ਚਰਖੜੀਆਂ ਤੇ ਚੜ੍ਹ ਕੇ ਵੀ ਉਹਨਾਂ ਨੇ ਸ਼ੁਕਰ ਮਨਾਇਆ। ਉਹ ਤਾਂ ਉਬਲਦੇ ਪਾਣੀ ਵਿੱਚ ਬੈਠ ਕੇ ਵੀ ਸ਼ੁਕਰ ਮਨਾਉਂਦੇ ਸੀ ਵੀ ਸ਼ੁਕਰ ਹੈ। ਉਹ ਕਹਿੰਦੇ ਸੀ ਦੂਧ ਪੀਓ ਗੋਬਿੰਦੇ ਰਾਏ। ਦੂਧ ਕਰਮ ਵੀ ਆਹ ਦੇਖ, ਸਾਡੀ ਜਿਹੜੀ ਸੋਚ ਆ ਬਿਲਕੁਲ ਦੁੱਧ ਵਰਗੀ ਸ਼ੁੱਧ ਹੈ। ਅਸੀਂ ਇਸ ਦੁੱਧ 'ਚੋਂ ਮੱਖਣ ਪੈਦਾ ਕੀਤਾ, ਤੇਰੀ ਉਸਤਤ ਕੀਤੀ। ਤੂੰ ਹੁਣ ਪੀ, ਦੱਸ ਵੀ ਇਹ ਦੁੱਧ 'ਚ ਕੋਈ ਕਮੀ ਤਾਂ ਨਹੀਂ। ਜਿਹੜੀ ਵਿਚਾਰ ਮੈਂ ਕੀਤੀ ਹੈ, ਮੇਰੇ ਹਿਰਦੇ 'ਚ ਵਿਚਾਰ ਚੱਲਦੀ ਹੈ, ਆਪਣੇ ਮੂਲ ਨੂੰ ਪੁੱਛਦਾ ਵੀ ਦੱਸ ਇਹ 'ਚ ਕੋਈ ਕਮੀ ਤਾਂ ਨਹੀਂ। ਜੇ ਕਮੀ ਹੈਗੀ ਮੈਂ ਹੁਣ ਦੂਰ ਕਰ ਲੈਣਾ, ਕਿਉਂਕਿ ਮੇਰੇ ਕੋਲ ਟਾਈਮ ਹੈਗਾ, ਮੇਰੇ ਕੋਲ ਸਮਾਂ ਹੈਗਾ। ਜਿੰਨਾ ਚਿਰ ਸਰੀਰ ਹੈ, ਸਵਾਸ ਚੱਲਦੇ, ਉਹਨਾਂ ਚਿਰ ਸਮਾਂ ਹੈ। ਜੇ ਮੇਰੇ ਹਿਰਦੇ 'ਚ ਮੇਰੇ ਤੋਂ ਕੁਛ ਗਲਤ ਲਿਖਿਆ ਗਿਆ, ਮੈਂ ਉਹਨੂੰ ਡਿਲੀਟ ਕਰ ਸਕਦਾ। ਪਰ ਜੇ ਮੇਰਾ ਸਰੀਰ ਛੁੱਟ ਗਿਆ, ਜੋ ਲਿਖਿਆ ਗਿਆ ਉਹ ਨਾਲ ਹੀ ਜਾਣਾ। ਫਿਰ ਉਹਨਾਂ ਨੇ ਬਾਚ ਲੈਣਾ ਵੀ ਦਿਖਾ ਭਾਈ ਅੱਗੇ ਕਰਨੀ ਕੀਰਤ ਬਾਚੀ ਹੈ, ਵੇ ਲੇਖਾ ਕਰ ਸਮਝਾਇਆ। ਉਹ ਕਹਿੰਦੇ ਤੈਨੂੰ ਅਸੀਂ ਸਮਝਾ ਕੇ ਨਹੀਂ ਸੀ ਆਏ ਵੀ ਅੱਗੇ ਜਿਹੜੀ ਤੇਰੀ ਕਰਨੀ ਹੈ, ਕੀਰਤੀ, ਉਹ ਬਾਚੀ ਜਾਣੀ ਹੈ। ਐਸਾ ਕੁਛ ਗਲਤ ਨਾ ਲਿਖ ਲਈ ਕਿ ਸ਼ਰਮਿੰਦਗੀ ਝੱਲਣੀ ਪੈ ਜਾਵੇ। ਹਰ ਇੱਕ ਗੱਲ ਹੈ ਮੇਰੇ ਮਨਾ ਤੇਰੇ ਵਾਸਤੇ ਪਾਤਸ਼ਾਹੀਆਂ ਨੇ ਲਿਖੀ ਹੈ, ਤੇਰੇ ਵਾਸਤੇ ਭਗਤ ਸਾਹਿਬਾਨਾਂ ਨੇ ਲਿਖ ਕੇ ਦਿੱਤੀ। ਆਪਣੇ ਆਪ ਨੂੰ ਵਿਚਾਰ। ਉੱਥੇ ਸਿੱਧਾ ਲਿਖਿਆ ਦੂਧ ਪੀ ਆਏ ਭਗਤ ਘਰ ਗਿਆ। ਹੁਣ ਇੱਥੇ ਦੂਧ ਪਲਾਏ ਨਹੀਂ ਲਿਖਿਆ, ਪੀ ਆਏ ਸ਼ਬਦ ਹੈ। ਉਹ ਪੀ ਆਏ ਸ਼ਬਦ ਨੂੰ ਪਲਾਏ ਸ਼ਬਦ ਪੈਂਦਾ। ਜਿਵੇਂ ਆਪਾਂ ਨੇ ਕਹਿੰਦੇ ਵੀ ਤੁਸੀਂ ਚਾਹ ਪੀ ਆਏ, ਇਹਦਾ ਮਤਲਬ ਤੁਸੀਂ ਪੀ ਆਏ। ਜੇ ਪਲਾਏ ਸ਼ਬਦ ਹੁੰਦਾ ਆਪਾਂ ਕਹਿੰਦੇ ਵੀ ਇਹਨਾਂ ਨੂੰ ਚਾਹ ਪਿਲਾਓ। ਕਿੰਨਾ ਫਰਕ ਹੈ ਪੀ ਆਏ ਸ਼ਬਦ ਤੇ ਪਲਾਏ ਸ਼ਬਦ 'ਚ। ਪਰ ਅਸੀਂ ਕਦੇ ਨਹੀਂ ਦੇਖਿਆ ਵੀ ਉੱਥੇ ਪਾਤਸ਼ਾਹ ਨੇ ਲਿਖਿਆ ਕੀ ਸੀਗਾ। ਦੂਧ ਪੀ ਆਏ ਭਗਤ ਘਰ ਗਿਆ। ਕਹਿੰਦੇ ਜਦੋਂ ਭਗਤ ਸੀ ਜਿਹੜਾ, ਉਹ ਸੱਚਖੰਡ 'ਚ ਉਹਨਾਂ ਨੇ ਉਦੋਂ ਵਰਣ ਦਿੱਤਾ ਜਦੋਂ ਉਹਨੇ ਦੁੱਧ ਪੀ ਲਿਆ, ਭਾਵ ਕਿ ਬ੍ਰਹਮ ਦਾ ਗਿਆਨ ਪ੍ਰਾਪਤ ਕਰ ਲਿਆ। ਨਾਮੇ ਹਰ ਕਾ ਦਰਸ਼ਨ ਪਿਆ। ਫਿਰ ਨਾਮੇ ਨੂੰ ਹਰੀ ਦਾ ਜਿਹੜਾ ਦਰਸ਼ਨ, ਭਾਵ ਕਿ ਸ਼ਬਦ ਗੁਰੂ ਪ੍ਰਗਟ ਹੋਇਆ। ਫਿਰ ਸੋਝੀ ਆਈ ਹੈ। ਹੁਣ ਦਰਸ਼ਨ ਸ਼ਬਦ ਦਾ ਸਿੱਧਾ ਸਿੱਧਾ ਅਰਥ ਗੁਰਬਾਣੀ ਦੇ ਵਿੱਚ ਹੁਕਮ ਹੈ। ਨਾਨਕ ਨਾਮ ਮਿਲੇ ਤਾਂ ਜੀਵਾਂ, ਦਰਸ਼ਨ ਦੇਖ ਦੇਖ ਜੀਵਾਂ। ਦੋਏ ਗੱਲਾਂ ਇਕੱਠੀਆਂ। ਉੱਥੇ ਹੈਗਾ ਦਰਸ਼ਨ ਦੇਖ ਦੇਖ ਜੀਵਾਂ, ਇੱਥੇ ਨਾਨਕ ਨਾਮ ਮਿਲੇ ਤਾਂ ਜੀਵਾਂ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ। ਗੁਰਬਾਣੀ 'ਚ ਗੁਰਬਾਣੀ ਦਾ ਹੀ ਸਾਰਾ ਕੁਛ ਵਿਆਖਿਆ ਪਾਤਸ਼ਾਹ ਨੇ ਕੀਤੀ ਹੈ। ਪਰ ਸਾਡੇ ਅੰਦਰ ਜਿਹੜੀ ਚੀਜ਼ ਵਸ ਗਈ, ਹੁਣ ਉਹਨੂੰ ਕੱਢਣਾ ਬਹੁਤ ਔਖਾ ਹੈ। ਇਸੇ ਗੱਲ ਕਰਕੇ ਸ਼ਾਇਦ ਪਾਤਸ਼ਾਹ ਕਬੀਰ ਸਾਹਿਬ ਨੇ ਇਹ ਗੱਲ ਆਖੀ ਸੀ ਕਿ ਮਨ ਮਾਨੈ ਲੋਗ ਨਾ ਭਤੀਜੈ ਤੋ ਕਿਆ ਕੀਜੈ।
ਕਿਉਂਕਿ ਕਬੀਰ ਸਾਹਿਬ 80 ਸਾਲ ਦੀ ਉਮਰ ਤੱਕ ਦੂਸਰੇ ਸਨਾਤਨ ਮਤ ਦੀ ਗੱਲ ਕਰਦੇ ਰਹੇ। 80 ਸਾਲ ਦੀ ਉਮਰ ਦੇ ਅੰਦਰ ਉਹਨਾਂ ਨੂੰ ਅਸਲੀ ਦਰਸ਼ਨ ਹੋਇਆ, ਸ਼ਬਦ ਗੁਰੂ ਪ੍ਰਗਟ ਹੋਇਆ। ਉਦੋਂ ਜਦੋਂ ਉਹਨਾਂ ਨੇ ਗੱਲਾਂ ਆ ਕੇ ਕਹੀਆਂ, ਉਹ ਕਹਿੰਦੇ ਪਹਿਲਾਂ ਤਾਂ ਤੂੰ ਆਏ ਕਹਿੰਦਾ ਸੀ, ਹੁਣ ਤੂੰ ਆਏ ਕਹਿਣ ਲੱਗ ਗਏ। ਹੁਣ ਕੀ ਸੱਚਾਈ ਹੈ? ਕਿਉਂਕਿ ਜੋ ਕੁਛ ਜਦੋਂ ਸ਼ਬਦ ਗੁਰੂ ਹਿਰਦੇ 'ਚ ਪ੍ਰਗਟ ਹੋਇਆ, ਕਬੀਰ ਸਾਹਿਬ ਨੇ ਉਹਨੇ ਸਾਰਾ ਕੁਝ ਹੀ ਚੇਂਜ ਕਰਤਾ। ਉਹਨਾਂ ਨੇ ਜਿਹੜਾ ਆਪਣਾ ਗ੍ਰੰਥ ਬੀਜਕ ਲਿਖਿਆ ਸੀ ਉਹ ਸਾਰਾ ਰੱਦ ਕੀਤਾ, ਕਿਉਂਕਿ ਉਹਨਾਂ ਨੂੰ ਅਸਲੀਅਤ ਦਿਸਣ ਲੱਗ ਗਈ ਕਿ ਸੱਚਾਈ ਤਾਂ ਇਹ ਹੈ। ਉਹ ਕਹਿੰਦਾ ਵੀ ਨਹੀਂ ਮੰਨਣਾ ਨਾ ਮੰਨੋ, ਮੈਂ ਨਹੀਂ ਤੁਹਾਨੂੰ ਕਹਿੰਦਾ ਮੰਨੋ, ਪਰ ਮੇਰਾ ਫਰਜ਼ ਹੁਣ ਇਹ ਬਣ ਗਿਆ ਕਿ ਮੈਂ ਇਹ ਗੱਲ ਕਹਿਣੀ। ਉਹਨਾਂ ਨੇ ਕਹੀ ਹੈ। ਸੋ ਸਾਰੇ ਅਰਥ ਗੁਰਬਾਣੀ 'ਚ ਹੈ ਮੇਰੇ ਮਨਾ ਤੇਰੇ ਵਾਸਤੇ ਪਾਤਸ਼ਾਹ ਨੇ ਲਿਖੇ ਆ। ਗਊ ਦਾ ਅਰਥ ਹੈ ਬੁੱਧੀ, ਅਕਲ, ਮੱਤ। ਜਿਵੇਂ ਪੰਜਾਬੀ 'ਚ ਨਹੀਂ ਆਪਾਂ ਕਹਿੰਦੇ ਵੀ ਤੇਰੀ ਮੱਤ ਮਰੀ ਹੋਈ ਹੈ, ਤੇਰੀ ਮੱਤ ਮਾਰੀ ਗਈ, ਉੱਥੇ ਵੀ ਹੈ ਮੂਈ ਗਊ ਦਿਓ ਜੀਵਾਏ। ਉੱਥੇ ਗਊ ਵੀ ਮਰੀ ਹੋਈ ਜਿਉਂਦੀ ਕੀਤੀ, ਭਾਵ ਕਿ ਉਹਨਾਂ ਦੀ ਬੁੱਧੀ ਦੇ ਵਿੱਚ ਗਿਆਨ ਪੈਦਾ ਕੀਤਾ। ਹੁਣ ਅਖੀਰ ਦੇ ਵਿੱਚ ਉਸੇ ਸ਼ਬਦ ਵਿੱਚ ਪਾਤਸ਼ਾਹ ਦੇ ਵਿੱਚ ਕਹਿੰਦੇ ਆ, ਜਿਹੜਾ ਉਸੇ ਸ਼ਬਦ ਹੈ, ਬਖਸ਼ੀ ਹਿੰਦੂ ਮੈਂ ਤੇਰੀ ਗਾਏ। ਹੁਣ ਕਹਿਣ ਵਾਲਾ ਪੰਡਤ ਹੈ, ਕਿ ਪੰਡਤ ਵਿਅਕਤੀ ਹੈ, ਉਹ ਕਹਿ ਰਿਹਾ ਬਖਸ਼ੀ ਹਿੰਦੂ ਮੈਂ ਤੇਰੀ ਗਾਏ। ਫਿਰ ਉਹ ਗਾਂ ਥੋੜ੍ਹਾ ਬੋਲ ਕੇ ਕਹਿ ਦੂਗੀ ਵੀ ਮੈਨੂੰ ਬਖਸ਼ ਲੈ। ਬਖਸ਼ੀ ਹਿੰਦੂ ਵੀ ਮੈਂ ਤਾਂ ਅਗਿਆਨੀ ਸੀਗਾ, ਮੈਨੂੰ ਬਖਸ਼ ਦੇ, ਮੈਂ ਤੇਰੀ ਗਾਏ। ਵੀ ਹੁਣ ਮੈਂ ਮੇਰੀ ਬੁੱਧੀ ਆ ਉਹ ਤੇਰੀ ਗਾਂ ਹੈ, ਜਿਵੇਂ ਤੂੰ ਕਹੇਗਾ ਮੈਂ ਉਵੇਂ ਕਰਨ ਨੂੰ ਤਿਆਰ ਹਾਂ, ਮੇਰੇ ਤੋਂ ਗਲਤੀ ਹੋ ਗਈ। ਕਿਉਂਕਿ ਸੁਲਤਾਨ ਨੇ ਕਹਿਤਾ ਵੀ ਤੁਸੀਂ ਨਾਮਦੇਵ ਦੀ ਸ਼ਿਕਾਇਤ ਲਾਈ, ਉਹ ਤਾਂ ਗੱਲ ਹੋਰ ਕਹਿੰਦਾ, ਤੁਸੀਂ ਗੱਲ ਕੋਲੋਂ ਹੀ ਬਣਾਤੀ। ਸ਼ਰਮਿੰਦੇ ਹੋ ਗਏ ਸੀਗੇ ਸਾਰੇ। ਬ੍ਰਹਮ ਗਿਆਨ ਕੁਛ ਹੋਰ ਹੈ, ਸੰਸਾਰੀ ਗਿਆਨ ਕੁਛ ਹੋਰ। ਹਾਂ ਇਹ ਠੀਕ ਹੈ ਕਿ ਜਿਹਨੇ ਇਸ ਸੰਸਾਰ ਦੇ ਅੰਦਰ ਆਪਣੀ ਇੱਜ਼ਤ ਮਾਣ ਪ੍ਰਤਿਸ਼ਠਾ ਵਧਾਉਣੀ ਹੈ, ਉਹਦੇ ਲਈ ਗੁਰਬਾਣੀ ਮਾਇਆ 'ਚ ਹੀ ਰਸਾਉਣੀ ਪਊਗੀ ਉਹਨੂੰ। ਜਿਹਨੇ ਗੁਰਬਾਣੀ ਦਾ ਅਰਥ ਬ੍ਰਹਮ ਗਿਆਨ ਲਈ ਕਰਨਾ ਹੈ, ਮਾਇਆ 'ਚੋਂ ਬਾਹਰ ਨਿਕਲਣਾ, ਆਪਣੇ ਨਿੱਜ ਘਰੇ ਜਾਣਾ, ਸੱਚੇ ਦੇ ਦਰਬਾਰ ਵਿੱਚ ਪੇਸ਼ ਹੋਣਾ, ਉਹਦੇ ਲਈ ਸਾਰਾ ਕੁਝ ਡਿਫਰੈਂਟ ਹੈ। ਇਹ ਦੋਨੇ ਚੀਜ਼ਾਂ ਚੱਲਣਗੀਆਂ, ਇੱਕ ਸੱਚ ਇੱਕ ਝੂਠ, ਇੱਕ ਪੈਰਲਲ ਹੀ ਚੱਲੂਗਾ। ਸੋ ਹੇ ਮੇਰੇ ਮਨਾ, ਇਸ ਗੱਲ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਚੱਲ। ਗੁਰਬਾਣੀ ਦੇ ਅਰਥ ਗੁਰਬਾਣੀ ਵਿੱਚ ਹੀ ਤੇਰੇ ਵਾਸਤੇ ਪਾਤਸ਼ਾਹ ਨੇ ਕੀਤੇ ਹੋਏ ਨੇ, ਜਦ ਕਿ ਗਊ ਦੇ ਅਰਥ ਜੀਵ ਆਤਮਾ ਬੁੱਧੀ ਹੈ। ਹੁਣ ਗੁਰਬਾਣੀ ਵਿੱਚ ਵੀ ਇਹੀ ਅਰਥ ਹਨ, ਪਰ ਸਾਡੇ ਤਾਂ ਬਦਲ ਦਿੱਤੇ। ਜਿਵੇਂ ਗੁਰ ਦਾ ਅਰਥ ਪੰਡਤ ਨੇ ਗੁਰੂ ਬਣਾਤਾ, ਕਿਉਂਕਿ ਪੰਡਤ ਆਪਣੇ ਆਪ ਨੂੰ ਗੁਰੂ ਮੰਨਦਾ, ਉਹ ਗੁਰ ਨਹੀਂ ਮੰਨਦਾ। ਇੰਨਾ ਕੁ ਤਾਂ ਪੰਡਤ ਨੂੰ ਵੀ ਪਤਾ ਵੀ ਗੁਰ ਜਿਹੜਾ ਹੁੰਦਾ ਉਹ ਕਿਸੇ ਦੇ ਅਧੀਨ ਹੁੰਦਾ, ਗੁਰੂ ਕਿਸੇ ਦੇ ਅਧੀਨ ਨਹੀਂ ਹੈ। ਗੁਰੂ ਨੂੰ ਕੋਈ ਬਾਉਂਡ ਨਹੀਂ ਕਰ ਸਕਦਾ, ਗੁਰੂ ਨੂੰ ਕੋਈ ਫੜ ਨਹੀਂ ਸਕਦਾ, ਗੁਰੂ ਕਿਸੇ ਦੇ ਕਬਜ਼ੇ 'ਚ ਨਹੀਂ ਆ ਸਕਦਾ, ਗੁਰ ਆਉਂਦਾ ਹੈ। ਇਹ ਨਹੀਂ ਸੀ ਕਿ ਪੰਡਤ ਨੂੰ ਪਤਾ ਨਹੀਂ ਸੀ, ਸਾਰਿਆਂ ਨੂੰ ਪਤਾ ਸੀ, ਜਾਣ ਕੇ ਉਹ ਗੁਰੂ ਬਣਿਆ। ਤਾਂ ਹੀ ਕਬੀਰ ਸਾਹਿਬ ਨੇ ਕਿਹਾ ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾ ਹੈ। ਜਿਹੜਾ ਭਗਤਨ ਦਾ ਤਾਂ ਕਹਿੰਦੇ ਗੁਰ ਵੀ ਨਹੀਂ ਹੈਗਾ, ਭਗਤਾਂ ਦੇ ਗੁਰ ਦੇ ਬਰਾਬਰ ਵੀ ਨਹੀਂ ਹੈਗਾ, ਕਿਉਂਕਿ ਆਪਣੇ ਆਪ ਨੂੰ ਗੁਰੂ ਮੰਨਦਾ। ਗੁਰੂ ਤਾਂ ਪਰਮੇਸ਼ਰ ਹੈ, ਪਰਮੇਸ਼ਰ ਨੂੰ ਕੌਣ ਬਾਉਂਡ ਕਰ ਦੂਗਾ? ਪਰਮੇਸ਼ਰ ਨੂੰ ਕਿਹੜਾ ਆਪਣੀ ਪਕੜ 'ਚ ਲੈ ਲੂਗਾ? ਜਦ ਕਿ ਪਰਮੇਸ਼ਰ ਦੀ ਪਕੜ ਦੇ ਵਿੱਚ ਤਾਂ ਸਾਰਾ ਕੁਛ ਹੀ ਹੈ। ਤੇ ਜਿਹੜਾ ਜਿਹਦੀ ਪਕੜ ਵਿੱਚ ਹੋਵੇ ਉਹ ਛੋਟਾ ਹੁੰਦਾ, ਉਹ ਵੱਡਾ ਨਹੀਂ ਹੁੰਦਾ। ਜਿਵੇਂ ਸਾਡੇ ਵੀ ਕਹਿੰਦੇ ਵੀ ਭਗਤਾਂ ਨੇ ਰੱਬ ਵਸ ਕੀਤਾ, ਸੰਤਾਂ ਨੇ ਰੱਬ ਵਸ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰੀਆਂ। ਫਿਰ ਇਹਦਾ ਮਤਲਬ ਸੰਤਾਂ ਨੇ ਕੀਤਾ, ਬਾਕੀ ਦੁਨੀਆ। ਤੇ ਫਿਰ ਸੰਤ ਵੱਡੇ ਹੋ ਗਏ, ਰੱਬ ਛੋਟਾ ਹੋ ਗਿਆ, ਜਿਹੜਾ ਵਸ 'ਚ ਆ ਗਿਆ। ਜਿਹੜੀ ਚੀਜ਼ ਵਸ 'ਚ ਆਊਗੀ ਕਿਤੇ ਗੁਲਾਮ ਹੋਊਗੀ ਉਹ ਤਾਂ ਫਿਰ ਕੀ ਰੱਬ ਭਗਤਾਂ ਦੇ ਵਸ 'ਚ ਹੈ, ਗੁਲਾਮ ਹੈ? ਇਹ ਸੰਸਾਰੀ ਨੇ। ਜਦ ਕਿ ਭਗਤ ਨੇ ਜਿਹੜੇ, ਉਹ ਪਰਮੇਸ਼ਰ ਦੇ ਗੁਲਾਮ ਨੇ। ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਉਹ ਤਾਂ ਇਹ ਕਹਿੰਦੇ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਟ ਵਕਾਨਾ ਜਿੱਤ ਲਾਇਆ ਤੇ ਤਲਾਗਾ। ਇਹ ਤਾਂ ਗੱਲ ਗੁਰੂ ਨਾਨਕ ਸਾਹਿਬ ਆਪ ਖੁਦ ਪਰਮੇਸ਼ਰ ਨੂੰ ਕਹਿੰਦੇ।
ਕਿ ਮੈਂ ਤੇਰੇ ਅੱਗੇ ਵਿਕਿਆ ਹੋਇਆ, ਮੈਂ ਤੇਰਾ ਦਾਸ ਹਾਂ, ਮੈਂ ਤੇਰਾ ਸੇਵਕ ਹਾਂ, ਮੈਂ ਤੇਰਾ ਭਗਤ। ਕਿੰਨਾ ਫਰਕ ਪਾਤਾ ਇਹਨਾਂ ਨੇ। ਤੂੰ ਭਗਤਾਂ ਕਹਿ, ਬਸ ਉਹ ਪੰਗਤੀ ਲੈ ਲਈ ਇਹਨਾਂ ਨੇ। ਉੱਪਰ ਲਿਆ ਨਹੀਂ ਲਈਆਂ ਹੈਗੀਆਂ ਵੀ ਉੱਪਰ ਕੀ ਕਹਿੰਦੇ ਆਉਂਦੇ ਉਹ, ਭਗਤਾਂ ਤਾਣ ਤੇਰਾ। ਉਹਦਾ ਵੀ ਭਾਵ ਹੈ ਤੂੰ ਭਗਤਾਂ ਕਹਿ ਬਸ, ਮਨ ਵਸ ਹੁੰਦਾ ਭਗਤਾਂ ਦੇ। ਭਗਤਾਂ ਤਾਣ ਤੇਰਾ, ਫਿਰ ਭਗਤਾਂ ਦਾ ਤਾਣ ਡਬਲ ਹੋ ਜਾਂਦਾ। ਮਨ ਨੂੰ ਤਾਂ ਬਸ ਕਰਨਾ, ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਉਹ ਅਰਥ ਛੱਡ ਕੇ ਪੰਗਤੀਆਂ, ਬਸ ਇੱਕ ਦਾ ਅਰਥ ਬਦਲ ਲਿਆ। ਕਿਉਂਕਿ ਸ਼ਰਾਰਤ ਹੈ ਅੰਦਰ ਵੀ ਦੇਖੋ ਜੀ ਰੱਬ ਸਾਡੀ ਗੱਲ ਸੁਣਦਾ, ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਡੇ ਰੱਬ ਦੇ ਕੋਲ ਗੱਲ ਕਰਾਂਗੇ, ਫਿਰ ਤੁਹਾਨੂੰ ਅਸੀਂ ਦੱਸਾਂਗੇ। ਇਹ ਨਹੀਂ ਕਿਹਾ ਵੀ ਰੱਬ ਤੁਹਾਡੇ ਹਿਰਦੇ 'ਚ ਹੈ, ਤੁਸੀਂ ਹੀ ਖੁਦ ਰੱਬ ਹੋ। ਤੁਹਾਡੀ ਇੱਛਾ ਗਲਤ ਹੈ, ਤੁਸੀਂ ਇੱਛਾ ਸ਼ੁੱਧ ਕਰ ਲਓ। ਹੀਰਾ ਚਿੱਕੜ 'ਚ ਡਿੱਗ ਪਿਆ, ਕੀ ਉਹਦਾ ਮੁੱਲ ਘਟ ਗਿਆ? ਪਰ ਜਿੰਨਾ ਚਿਰ ਚਿੱਕੜ 'ਚ ਪਿਆ, ਮੈਲ ਲੱਗੀ ਹੋਈ, ਚਿੱਕੜ 'ਚੋਂ ਬਾਹਰ ਕੱਢੋ, ਧੋ ਕੇ ਰੱਖ ਦਿਓ, ਉਹੀ ਹੀਰਾ ਕੋਈ ਨਹੀਂ ਦੇਖਦਾ ਵੀ ਚਿੱਕੜ 'ਚੋਂ ਕੱਢਿਆ, ਉਹਦਾ ਦੁੱਗਣਾ ਮੁੱਲ ਪੈਂਦਾ। ਇਸੇ ਤਰ੍ਹਾਂ ਹੀ ਆਤਮਾ ਹੈ। ਇਹ ਮਨ ਮੈਲਾ ਹੋ ਗਿਆ ਮਾਇਆ 'ਚ, ਜਿੱਦਣ ਇਹ ਧੋਤਾ ਕੇ ਦਾ ਮੁੱਲ ਪੈ ਜਾਣਾ। ਸੱਚਖੰਡ ਵਾਲਿਆਂ ਨੇ ਪ੍ਰਵਾਨ ਕਰ ਲੈਣਾ, ਇਹਨੇ ਸੱਚਖੰਡ ਜਾ ਕੇ ਬੈਠ ਜਾਣਾ। ਗੱਲ ਕੁਛ ਵੀ ਨਹੀਂ, ਸਿਰਫ ਭਰਮ ਜਾਲ ਹੀ ਇੰਨਾ ਪਾਤਾ, ਸਾਡੀ ਸੁਰਤ ਉੱਧਰ ਨੂੰ ਜਾਂਦੀ ਹੋਈ ਨਹੀਂ। ਸਾਨੂੰ ਡਰ ਲੱਗਦਾ ਵੀ ਜੇ ਅਸੀਂ ਉੱਧਰ ਨੂੰ ਗਏ ਪਤਾ ਨਹੀਂ ਕੀ ਹੋ ਜਾਊਗਾ। ਹੋਣਾ ਹਵਾਉਣਾ ਕੁਝ ਨਹੀਂ, ਹੋ ਤਾਂ ਸਾਡੇ ਨਾਲ ਰਿਹਾ ਹੀ ਹੈ ਜੋ ਕੁਝ ਹੋ ਰਿਹਾ। ਗੁਰ ਦਾ ਅਰਥ ਵੀ ਗੁਰੂ ਕਰਤਾ ਪੰਡਤ ਨੇ, ਕਿਉਂਕਿ ਉਹਨੇ ਆਪ ਗੁਰੂ ਬਣਨਾ ਸੀਗਾ। ਅਸਲ ਵਿੱਚ ਜਿਹੜਾ ਗੁਰੂ ਹੈ ਉਹ ਪਰਮੇਸ਼ਰ ਹੈ, ਪੂਰਨ ਸੋਝੀ ਰੱਖਣ ਵਾਲਾ। ਤੇ ਕੀ ਜੜ ਕੀ ਚੇਤਨ ਸਭ ਉਸ ਦੀ ਨਿਗਾਹ ਵਿੱਚ ਹਨ, ਵਿਅਕਤੀ ਦੀ ਨਿਗਾਹ ਵਿੱਚ ਨਹੀਂ ਹੋ ਸਕਦੇ। ਚਾਹੇ ਕੋਈ ਵੀ ਹੈ, ਵਿਅਕਤੀ ਕਿੱਥੋਂ ਤੱਕ ਜਾ ਸਕਦਾ, ਪਰਮੇਸ਼ਰ ਦੀ ਦ੍ਰਿਸ਼ਟੀ ਤਾਂ ਸਾਰਿਆਂ ਤੇ ਹੀ ਹੈ। ਪਰਮੇਸ਼ਰ ਤਾਂ ਸਦਾ ਰਹਿਣ ਵਾਲੀ ਚੀਜ਼ ਹੈ, ਵਿਅਕਤੀ ਦਾ ਸਰੀਰ ਛੱਡ ਕੇ ਚਲਾ ਜਾਂਦਾ। ਚਾਹੇ ਕੋਈ ਵੀ ਹੈ, ਪਾਤਸ਼ਾਹੀਆਂ ਸੀ, ਚਾਹੇ ਅਸੀਂ ਮੰਨੀਏ ਚਾਹੇ ਨਾ ਮੰਨੀਏ, ਉਹ ਸਰੀਰ ਧਾਰ ਕੇ ਆਏ, ਸਰੀਰ ਛੱਡ ਕੇ ਚਲੇ ਗਏ। ਇੱਥੋਂ ਹੀ ਸਰੀਰ ਮਿਲਿਆ, ਇੱਥੇ ਹੀ ਛੱਡ ਕੇ ਗਏ। ਜੋਤ ਰੂਪ ਉਹ ਹਰ ਨੇ, ਜੋਤ ਉਹਨਾਂ ਦੀ ਅੱਜ ਵੀ ਹੈਗੀ ਆ, ਪ੍ਰਾਤਮਾ ਅੱਜ ਵੀ ਹੈ, ਸੱਚਖੰਡ ਦੇ ਅੰਦਰ ਹੈ। ਹੁਣ ਉਹਦਾ ਦਰਸ਼ਨ ਪ੍ਰਾਤਮਾ ਦਾ ਉਹ ਕਰ ਸਕਦਾ, ਉਹਨੂੰ ਸੋਝੀ ਆਊਗੀ ਜਿਹੜਾ ਉਹਨਾਂ ਵਰਗਾ ਹੋਊਗਾ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਾ, ਇਹ ਤੋਂ ਥੱਲੇ ਨਹੀਂ ਕਰ ਸਕਦਾ। ਇਹ ਤਾਂ ਜਣਾ ਖਣਾ ਹੀ ਕਹਿੰਦਾ ਮੈਨੂੰ ਦਰਸ਼ਨ ਹੋ ਗਏ, ਉਹ ਕਹਿੰਦਾ ਮੈਨੂੰ ਦਰਸ਼ਨ ਹੋ ਗਏ। ਜੇ ਤੁਹਾਨੂੰ ਦਰਸ਼ਨ ਹੁੰਦੇ ਤੁਹਾਡਾ ਜੀਵਨ ਕਿਉਂ ਨਹੀਂ ਬਦਲਦਾ? ਤੁਸੀਂ ਗੁਰਬਾਣੀ ਦੇ ਸਹੀ ਅਰਥ ਕਰਕੇ ਦਿਖਾਓ, ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਕੇ ਦਿਖਾਓ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨਾ। ਇਹ ਅਵਸਥਾ ਹੈ ਜਿਹਨੂੰ ਬ੍ਰਹਮ ਦਾ ਦਰਸ਼ਨ ਹੋ ਰਿਹਾ, ਇਦੋਂ ਥੱਲੇ ਨਹੀਂ ਹੈ। ਤਾਂ ਪਾਤਸ਼ਾਹ ਨੇ ਲਿਖਿਆ ਜੇ ਕੋ ਖਾਏ ਕਾ ਆਖਣ ਪਾਏ, ਕਹਿੰਦੇ ਜੇ ਕੋਈ ਐਸਾ ਕਰੂਗਾ ਸਭ ਝੂਠੇ ਗਿਣੇ ਜਾਓਗੇ ਸੱਚਖੰਡ ਦੇ। ਕਿਉਂਕਿ ਉਸ ਵੇਲੇ ਲੋਕ ਕਹਿੰਦੇ ਸੀ ਇਹ ਗੱਲਾਂ, ਜੋਗੀ ਕਹਿੰਦੇ ਸੀ, ਪੰਡਤ ਕਹਿੰਦਾ ਸੀ, ਕਾਜੀ ਕਹਿੰਦਾ ਸੀ, ਮੁੱਲਾ ਕਹਿੰਦਾ ਸੀ। ਪਾਤਸ਼ਾਹ ਨੇ ਉਹਨਾਂ ਨੂੰ ਸੱਚੇ ਨਹੀਂ ਝੂਠੇ ਸਾਬਤ ਕੀਤਾ ਵੀ ਤੁਹਾਡੇ ਕੋਲ ਮੌਕਾ ਹੈ, ਜੋ ਕੁਝ ਤੁਸੀਂ ਆਪਣੇ ਹਿਰਦੇ 'ਚ ਲਿਖਿਆ ਝੂਠ ਲਿਖ ਲਿਆ, ਇਹਨੂੰ ਡਿਲੀਟ ਕਰ ਦਿਓ, ਇਹਨੂੰ ਰੱਦ ਕਰ ਦਿਓ, ਸਹੀ ਲਿਖ ਲਓ। ਹਜੇ ਤੁਹਾਡੇ ਕੋਲ ਸਮਾਂ, ਤੁਹਾਡੇ ਭਲੇ ਵਾਸਤੇ ਅਸੀਂ ਕਹਿੰਦੇ ਹਾਂ। ਪਰ ਭਲਾ ਕੌਣ ਚਾਹੁੰਦਾ ਹੈ? ਹਾਲਾ ਕਹਿੰਦਾ ਇੱਥੇ ਹੀ ਭਲਾ, ਅੱਗੇ ਕਿਹੜਾ ਕਿਸੇ ਨੇ ਦੇਖਿਆ, ਬਸ ਇੱਥੇ ਹੀ ਸਭ ਕੁਛ ਹੈ। ਹੁਣ ਜਿਹਨੇ ਅੱਗਾ ਦੇਖਿਆ ਉਹਨੂੰ ਇੱਥੇ ਨਹੀਂ ਕੁਛ ਲੱਗਦਾ। ਪਾਤਸ਼ਾਹ ਗੁਰੂ ਨਾਨਕ ਸਾਹਿਬ ਨੂੰ ਅੱਗਾ ਦੀਂਦਾ ਸੀ, ਤਾਂ ਹੀ ਉਹਨਾਂ ਨੇ ਕਿਹਾ ਵੀ ਝੂਠ ਸਭ ਸੰਸਾਰ। ਕੌਣ ਕਹਿ ਸਕਦਾ ਵੀ ਝੂਠਾ ਹੈ ਸੰਸਾਰ? ਸੋ ਕੀ ਜੜ ਕੀ ਚੇਤਨ ਸਭ ਦੇ ਉੱਪਰ ਨਿਗਾਹ ਹੈ ਉਸ ਪਰਮੇਸ਼ਰ ਦੀ, ਉਹ ਹੈ ਗੁਰੂ। ਵਿਅਕਤੀ ਕਿਵੇਂ ਸਭ ਤੇ ਨਿਗਾਹ ਰੱਖ ਸਕਦਾ ਹੈ? ਹਾਂ, ਹੁਕਮ ਵਿੱਚ ਚੱਲਣ ਵਾਲਾ ਵਿਅਕਤੀ ਗੁਰ ਹੈ। ਜਿਵੇਂ ਪਾਤਸ਼ਾਹੀਆਂ ਸੀ, ਇਹ ਗੁਰ ਸੀ। ਇਸ ਨੂੰ ਤਾਂ ਹੀ ਪਰਮੇਸ਼ਰ ਦੀ ਸੋਝੀ ਆਉਂਦੀ ਹੈ। ਗੁਰ ਨੂੰ ਹੀ ਪਰਮੇਸ਼ਰ ਬਾਰੇ ਪਤਾ ਹੁੰਦਾ, ਗੁਰ ਨੂੰ ਹੀ ਗੁਰੂ ਬਾਰੇ ਪਤਾ ਹੁੰਦਾ। ਜਿੰਨਾ ਚਿਰ ਗੁਰ ਨਹੀਂ ਹੁੰਦਾ ਉਨਾ ਚਿਰ ਇਹਨੂੰ ਪਰਮੇਸ਼ਰ ਬਾਰੇ, ਗੁਰੂ ਬਾਰੇ ਵੀ ਨਹੀਂ ਪਤਾ ਲੱਗਦਾ ਵੀ ਗੁਰੂ ਕੀ ਹੁੰਦਾ। ਤਾਂ ਹੀ ਉਹਨੂੰ ਪੂਰੀ ਸੋਝੀ ਆਉਂਦੀ ਹੈ। ਤੇ ਸਾਰਿਆਂ ਦੀ ਪ੍ਰਤਪਾਲਨਾ ਤਾਂ ਗੁਰੂ ਹੀ ਕਰਦਾ, ਗੁਰ ਨਹੀਂ ਕਰ ਸਕਦਾ। ਗੁਰ ਜਿੰਨਾ ਚਿਰ ਲਿਮਟਿਡ ਸਮੇਂ ਦੇ ਵਿੱਚ ਮਨੁੱਖਾ ਤਨ ਦੇ ਅੰਦਰ ਮਨੁੱਖਾਂ ਨੂੰ ਹੀ ਉਪਦੇਸ਼ ਦੇ ਸਕਦਾ, ਪਰ ਮਨੁੱਖਾਂ ਦੇ ਵਿੱਚ ਵੀ ਉਹ ਉਪਦੇਸ਼ ਦੇ ਸਕਦਾ, ਮਨਾ ਨਹੀਂ ਸਕਦਾ।
ਪਰਮੇਸ਼ਰ ਹੈ ਜਿਹੜਾ ਉਹ ਸਭ ਨੂੰ ਦੇ ਰਿਹਾ, ਮਨੁੱਖ ਨੂੰ ਵੀ ਦੇ ਰਿਹਾ, ਮਨੁੱਖ ਤੋਂ ਬਿਨਾਂ ਜਿੰਨੀਆਂ ਸ਼੍ਰੇਣੀਆਂ ਨੇ ਸਾਰਿਆਂ ਨੂੰ ਦੇ ਰਿਹਾ। ਔਰ ਸਾਰੀਆਂ ਹੀ ਜੁਨੀਆਂ ਬਦਲਦੀਆਂ, ਜੋਤ ਅੱਗੇ ਅੱਗੇ ਵੱਧ ਰਹੀ ਹੈ। ਹੁਣ ਕੀੜੀ ਨੂੰ ਕੌਣ ਗਿਆਨ ਦਿੰਦਾ ਵੀ ਅੱਗੇ ਅੱਗ ਮੱਚਦੀ ਆ, ਨਾ ਜਾ। ਉਹ ਹੈ ਗੁਰੂ। ਗੁਰ ਹੁੰਦਾ ਮਨੁੱਖਾ ਤਨ ਦੇ ਅੰਦਰ। ਨਾਨਕ ਗੁਰ ਤੇ ਗੁਰ ਹੋਆ, ਵੇਖੋ ਤਿਸ ਕੀ ਰਜ਼ਾਏ। ਸੋ ਅਸੀਂ ਵੀ ਅਰਥ ਗੁਰਬਾਣੀ ਤੋਂ ਹੀ ਪੁੱਛ ਕੇ ਕਰਨੇ ਹਾਂ, ਆਪਣੀ ਮੱਤ ਨਹੀਂ ਵਰਤਣੀ। ਆਪਣੀ ਮੱਤ ਤਾਂ ਇਹ ਮੇਰੇ ਮਨਾ ਬਹੁਤ ਛੋਟੀ ਹੈ। ਗੁਰ ਕੀ ਮੱਤ ਤੂੰ ਲੇਹੇ ਆਨੇ, ਭਗਤੀ ਬਿਨਾ ਬਹੁ ਡੂਬੇ ਸਿਆਨੇ। ਦੇਖ ਤੇਰੇ ਵਾਸਤੇ ਪਾਤਸ਼ਾਹ ਨੇ ਸਿੱਧਾ ਲਿਖਿਆ ਕਿ ਗੁਰ ਕੀ ਮੱਤ। ਸੋ ਗੁਰ ਕੀ ਮੱਤ ਕੀ ਹੈ? ਗੁਰਬਾਣੀ ਹੈ, ਜਾਂ ਫਿਰ ਆਪਣੀ ਅੰਤਰਾਤਮਾ ਦੀ ਆਵਾਜ਼ ਹੈ। ਜੇ ਉਹ ਕਲੀਅਰ ਸੁਣਦੀ ਹੈ ਤਾਂ, ਤੇ ਜਾਂ ਸਾਡੇ ਕੋਲ ਸਾਹਮਣੇ ਪ੍ਰਤੱਖ ਗੁਰਬਾਣੀ ਹੈ। ਉਸ ਤੋਂ ਬਿਨਾਂ ਕੀਤੇ ਹੋਏ ਅਰਥ ਆਖਿਆ ਤਾਂ ਮਨਾਂ ਜੁੱਤੀਆਂ ਪੈਣਗੀਆਂ, ਭਾਵ ਕਿ ਲਾਹਣਤਾਂ ਪੈਣਗੀਆਂ, ਮਾਇਆ ਦੇ ਫਿਰ ਸਰੀਰ ਮਿਲ ਜਾਣੇ। ਉਹ ਜਾਣੇ ਜੇਤੀਆਂ ਮੋਹ ਖਾਏ। ਫਿਰ ਤੂੰ ਕਹਿੰਦੇ ਉਹ ਜਾਣੇਗਾ, ਤੈਨੂੰ ਪਤਾ ਲੱਗ ਜੂ, ਤੈਨੂੰ ਸੋਝੀ ਆ ਜਾਣੀ ਆ ਵੀ ਮੈਂ ਇਹ ਗਲਤ ਕੀਤਾ। ਜੇਤੀਆਂ ਮੋਹ ਖਾਏ, ਫਿਰ ਉੱਥੋਂ ਉਹ ਤੈਨੂੰ ਸ਼ਰਮਿੰਦਗੀ ਤੇਰੇ ਮੂੰਹ ਦੇ ਉੱਪਰ ਝੱਲਣੀ ਪਊਗੀ। ਤੈਨੂੰ ਕਿਸੇ ਦੀ ਉਹਦੇ ਸਾਹਮਣੇ ਬੈਠ ਕੇ ਬੇਇੱਜ਼ਤੀ ਕਰ ਦੇਣੀ ਬਹੁਤ ਵੱਡੀ ਗੱਲ ਹੈ। ਜਦੋਂ ਸੱਚਖੰਡ ਦੇ ਅੰਦਰ ਜੋਤਾਂ ਦੇ ਵਿੱਚ ਬਿਠਾ ਕੇ ਇਹਨੂੰ ਕਹਿਣਗੇ ਵੀ ਤੂੰ ਮੇਰੇ ਕਹੇ ਹੋਏ ਬਚਨਾਂ ਨੂੰ ਕਿਉਂ ਗਲਤ ਕੀਤਾ, ਤੈਨੂੰ ਕਿਹਨੇ ਕਿਹਾ ਸੀ? ਇੱਥੇ ਸੰਸਾਰੀ ਤੌਰ 'ਤੇ ਜੇ ਅਸੀਂ ਕੋਈ ਗਲਤ ਬਿਆਨ ਦੇ ਦਈਏ ਕਿਸੇ ਦੇ ਨਾਂ 'ਤੇ, ਅਗਲਾ ਸਾਡੇ ਗੱਲ ਪੈਂਦਾ ਵੀ ਤੈਨੂੰ ਕਿਹਨੇ ਕਿਹਾ ਸੀ ਮੇਰੇ ਬਿਹਾਫ 'ਤੇ ਗੱਲ ਕਰਨ ਨੂੰ। ਤੇ ਕੀ ਸੱਚਖੰਡ ਵਿੱਚ ਨਹੀਂ ਮਨਾ ਤੇਰੇ ਨਾਲ ਹੋਊਗਾ? ਤੈਨੂੰ ਭੈ ਨਹੀਂ ਜਮਾਂ ਹੀ ਸੱਚਖੰਡ ਦਾ, ਤੈਨੂੰ ਭੈ ਨਹੀਂ ਹੁਕਮ ਦਾ, ਤੈਨੂੰ ਭੈ ਨਹੀਂ ਰੱਬ ਦਾ। ਤੂੰ ਤਾਂ ਗੁਰਬਾਣੀ ਪੜ੍ਹਦਾ ਹੈ, ਸੁਣਦਾ, ਤੈਨੂੰ ਫਿਰ ਵੀ ਭੈ ਨਹੀਂ ਆਉਂਦਾ। ਕੀ ਗੁਰਬਾਣੀ ਵਿੱਚ ਝੂਠ ਥੋੜ੍ਹਾ ਲਿਖਿਆ ਵੀ ਉੱਥੇ ਸੱਚੋ ਹੀ ਸੱਚ ਨਿਬੜਾ, ਚੁਣ ਵੱਖ ਕੱਢੇ ਜੇ ਜਮਾਲੇ। ਇੱਥੇ ਤਾਂ ਲਿਖੇ ਨਹੀਂ ਵੀ ਇੱਥੇ ਸੱਚੋ ਹੀ ਸੱਚ ਨਿਬੜਾ। ਇੱਥੇ ਤਾਂ ਝੂਠਿਆਂ ਦੀ ਜੈ ਜੈਕਾਰ ਹੋਣੀ ਹੈ, ਕਿਉਂਕਿ ਕੌਣ ਵੱਡਾ? ਮਾਇਆ ਵਡਿਆਈ। ਇੱਥੇ ਤਾਂ ਮਾਇਆ ਧਾਰੀ ਦੀ ਵਡਿਆਈ ਹੈ। ਸੱਚਿਆਂ ਤੇ ਟਿਕਣੇ ਨਹੀਂ ਦਿੱਤਾ ਕਿਸੇ ਨੇ ਵੀ, ਚਾਹੇ ਅੱਜ ਲੱਖ ਉਹਨਾਂ ਦੀ ਪੂਜਾ ਪ੍ਰਤਿਸ਼ਠਾ ਹੁੰਦੀ, ਉਹ ਵੀ ਝੂਠੀ ਕਰਦੇ ਆ। ਪਰ ਜਿੰਨਾ ਚਿਰ ਉਹ ਸੱਚੇ ਪੁਰਖ ਇਸ ਸੰਸਾਰ ਦੇ ਅੰਦਰ ਰਹੇ, ਕਿਸੇ ਨੇ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ। ਜੇ ਕਿਤੇ ਬਰਦਾਸ਼ਤ ਕਰਦੇ ਹੁੰਦੇ ਤਾਂ ਅੱਜ ਖੇਡ ਹੀ ਕੋਈ ਹੋਰ ਹੁੰਦੀ। 10ਵੇਂ ਪਾਤਸ਼ਾਹ ਨੂੰ ਉਹ ਪਿੰਡ ਵਾਲਿਆਂ ਨੇ ਅੰਦਰ ਨਹੀਂ ਸੀ ਬਣਨ ਦਿੱਤਾ। ਘੋੜਾ ਮੰਗਿਆ, ਘੋੜਾ ਤੇ ਜਵਾਬ ਦੇ ਦਿੱਤਾ ਸੀ। ਕਿੱਡੀ ਕੁ ਗੱਲ ਸੀ। ਇਹਦਾ ਮਤਲਬ ਇੱਥੋਂ ਪਤਾ ਲੱਗਦਾ ਕਿ ਸੱਚਾਈ ਨੂੰ ਕੋਈ ਨਹੀਂ ਕਬੂਲ ਕਰਦਾ ਹੁੰਦਾ। ਅੱਜ ਸਾਰੇ ਹੀ ਕਹੀ ਜਾਂਦੇ 10ਵੇਂ ਪਾਤਸ਼ਾਹ ਖੁਦ ਨਿਰੰਕਾਰ ਹੈ ਜੀ, ਖੁਦ ਪਰਮੇਸ਼ਰ ਹੈ। ਉਹ ਬਿਲਕੁਲ ਰਾਈਟ ਹੈ ਕਿ ਅੱਜ ਹੈ, ਪਰ ਜਦੋਂ ਸਰੀਰ ਧਾਰ ਕੇ ਆਇਆ ਸੀ ਉਦੋਂ ਕਿਸੇ ਨੇ ਨਹੀਂ ਮੰਨਿਆ। ਗੱਲ ਸਰੀਰ 'ਚ ਧਾਰੇ ਤੇ ਪਤਾ ਲੱਗਦੀ ਹੈ, ਬਾਅਦ 'ਚ ਮੰਨਣ ਤੇ ਕੋਈ ਫਾਇਦਾ ਨਹੀਂ ਹੈ। ਖੁਦ ਆਪਣੇ ਅੰਦਰ ਹੇ ਮੇਰੇ ਮਨਾ ਝਾਤੀ ਮਾਰ, ਆਪਣਾ ਜੀਵਨ ਸਫਲ ਕਰ, ਗੁਰਬਾਣੀ ਦੇ ਅਨੁਸਾਰ ਚੱਲ, ਜੋ ਗੁਰਬਾਣੀ ਕਹਿੰਦੀ ਉਵੇਂ ਚੱਲ, ਫਿਰ ਤੇਰਾ ਜੀਵਨ ਸੌਖਾ ਹੈ। ਨਹੀਂ ਤਾਂ ਫਿਰ ਮੁਸ਼ਕਲਾਂ ਹੀ ਮੁਸ਼ਕਲਾਂ ਨੇ। ਸੋ ਅੱਜ ਦੀ ਵਿਚਾਰ ਇੱਥੋਂ ਤੱਕ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।